देशों विदेशों की सारी संगत नूं वाहिगुरू जी का खालसा वाहिगुरू जी की फतेह। संगत जी, असी इस वेले जुड़े हुए हैं एक बहुत ही जरूरी मुद्दे नूं लैके। गुरुद्वारा प्रबंधक कमेटी श्री नानक मत्ता साहब जिहड़ी कि तुसी सारे जाणदे हो कि किन्ना हालातां दे विच होंद विच आई है। पिछली कमेटी के 5 साल जिहड़े ने ਉਹਦੇ ਵਿੱਚੋਂ ਸੰਗਤਾਂ ਨੂੰ ਕੁਝ ਹਾਸਲ नहीं होया। सो ਹੁਣ ਲੱਖਾਂ ਲੋਕਾਂ ਦੇ ਵਿੱਚੋਂ ਚੁਣ ਕੇ ਸਾਡੇ ਡਾਇਰੈਕਟਰ ਸਾਹਿਬਾਨ ਜਿਹੜੇ 27 ਆਏ ਨੇ, ਬਹੁਤ ਵੱਡੀ ਆਸ ਬੱਝੀ ਸੀ ਕਿ ਹੁਣ ਸਾਰੇ ਕੰਮ ਜਿਹੜੇ ਨੇ ਉਹ ਸੰਗਤ ਦੇ ਹਿੱਤਾਂ ਵਾਸਤੇ ਹੋਣਗੇ, ਪਾਰਦਰਸ਼ਤਾ ਦੇ ਨਾਲ ਹੋਣਗੇ। ਲੇਕਿਨ ਫਿਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਫਿਰ ਵਿਵਾਦਾਂ ਵਿੱਚ ਹੈ ਕਮੇਟੀ। ਆਖਰ ਕਿਹੜੇ ਕਿਹੜੇ ਵਿਵਾਦ ਨੇ, ਕੀ ਹੁਣ ਨਵੀਂ ਚਰਚਾ ਹੈ, ਉਹ ਸਾਰੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਮੌਜੂਦ ਨੇ ਭਾਰਤੀ ਸਿੱਖ ਸੰਗਠਨ ਦੇ ਰਾਸ਼ਟਰੀ ਅਧਿਕਸ਼ ਸਰਦਾਰ ਜਸਬੀਰ ਸਿੰਘ ਵਿਰਕ ਸਾਹਿਬ ਜੀ, ਜਿਹੜੇ ਕਿ ਸਿੱਖੀ ਮੁੱਦਿਆਂ 'ਤੇ ਹਮੇਸ਼ਾ ਖੁੱਲ੍ਹ ਕੇ ਆਪਣੀ ਪ੍ਰਤੀਕਿਰਿਆ ਦਿੰਦੇ ਨੇ ਅਤੇ ਜਿੱਥੇ ਵੀ ਕੋਈ ਸਿੱਖੀ ਮਸਲਾ ਆਉਂਦਾ ਹੈ ਉੱਥੇ ਆਪਣੇ ਸਾਥੀਆਂ ਸਮੇਤ ਪਹੁੰਚਦੇ ਨੇ। ਹੋਰ ਵੀ ਸੰਤੋਖ ਸਿੰਘ ਰੰਧਾਵਾ ਸਾਹਿਬ ਜ਼ਿਲ੍ਹਾ ਅਧਿਕਸ਼, ਅਮਨ ਢਿੱਲਨ ਸਾਹਿਬ ਜਿਹੜੇ ਕਿ ਤੁਸੀਂ ਸਾਰੇ ਜਾਣਦੇ ਹੋ, ਸਾਰੇ ਇਸ ਚਰਚਾ ਦੇ ਵਿੱਚ ਮੌਜੂਦ ਨੇ। ਸਭ ਤੋਂ ਪਹਿਲਾਂ ਸਾਂਝੇ ਤੌਰ 'ਤੇ ਸਾਰਿਆਂ ਨਾਲ ਫਤਿਹ ਅਰਜ਼ ਕਰ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਰਕ ਸਾਹਿਬ ਜੀ ਕੋਲ ਹੀ ਆਉਂਦੇ ਹਾਂ। ਸਭ ਤੋਂ ਪਹਿਲਾਂ ਨਵਾਂ ਵਿਵਾਦ ਆਖਰ ਕੀ ਹੈ, ਕੀ ਕਾਰਨ ਹੈ ਕਿ ਉਹ ਫਿਰ ਚਰਚਾ ਦੇ ਵਿੱਚ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ। ਵਿਰਕ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਵਾਂ ਵਿਵਾਦ ਕੀ ਹੈ, ਕੀ ਹੈ ਚਰਚਾ? ਹਾਂ, ਵਿਵਾਦ ਜੀ ਜਿਹੜੇ ਨੇ ਉਹ ਇੱਕ ਉਹ ਪੁਰਾਣੀ ਕਹਾਵਤ ਵੀ ਧਾਨ ਵਾਲੇ ਪਿੰਡ ਜਿਹੜੇ ਨੇ ਉਹ ਪਰਾਲੀਆਂ ਦਿਸ ਪੈਂਦੇ ਨੇ। ਇਹ ਜਿਹੜਾ ਦਸੰਬਰ ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ, 15 ਦਸੰਬਰ ਤੋਂ 21, 22, 23, 24 ਮਾਰਚ ਨੂੰ ਇਹਦੇ ਡਾਇਰੈਕਟਰ ਚੁਣੇ ਗਏ। ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਇਹਦਾ ਗਠਨ ਹੋਇਆ। ਅਪ੍ਰੈਲ ਦੇ ਗਠਨ ਤੋਂ ਬਾਅਦ ਜਿਹੜੀਆਂ ਇਹਦੀਆਂ ਸਬ ਕਮੇਟੀਆਂ ਨੇ, ਸਬ ਕਮੇਟੀਆਂ ਵਾਸਤੇ ਅਗਸਤ ਤੱਕ ਜਿਹੜਾ ਕਿਉਂ ਡਿਲੇ ਹੋਣਾ ਪਿਆ, ਕਿਹੜੀ ਗੱਲ ਕਰਕੇ ਅਗਸਤ ਤੱਕ ਜਿਹੜੀਆਂ ਕਮੇਟੀਆਂ ਨਹੀਂ ਬਣ ਸਕੀਆਂ। ਇਹਦੇ ਵਿੱਚੋਂ ਜਿਵੇਂ ਮੇਨ ਕਮੇਟੀ ਇੱਕ ਤੁਹਾਡੀ ਹੈਗੀ ਹੈ ਐਜੂਕੇਸ਼ਨ ਕਮੇਟੀ। ਹੁਣ ਐਜੂਕੇਸ਼ਨ ਕਮੇਟੀ ਅਗਸਤ ਵਿੱਚ ਜੇ ਬਣ ਵੀ ਗਈ ਹੈ ਤੇ ਲੇਕਿਨ ਅੱਜ ਤੱਕ ਉਸ ਕਮੇਟੀ ਨੇ ਕੰਮ ਸ਼ੁਰੂ ਨਹੀਂ ਕੀਤਾ। ਉਹਦੇ ਕਾਰਨ ਇਹ ਨੇ ਵੀ ਉਸ ਕਮੇਟੀ ਦੇ ਖਿਲਾਫ ਰਜਿਸਟਰਾਰ ਆਫਿਸ ਦੇ ਵਿੱਚ ਸਾਡੇ ਕੋਲ ਡਾਇਰੈਕਟਰ ਸਾਹਿਬਾਨ ਪਹੁੰਚ ਗਏ ਵੀ ਇਹ ਜਿਹੜਾ ਹੈ ਅਸੀਂ ਉਹਨਾਂ ਚਿਰ ਰਾਜੀ ਨਹੀਂ ਕਿ ਜਿੰਨਾ ਚਿਰ ਇਹ ਸਾਰੀ ਕਮੇਟੀ ਇਹਨੂੰ ਨਵੇਂ ਸਿਰੇ ਤੋਂ ਜਿਹੜਾ ਹੈ ਇਹ ਲੈ ਕੇ ਨਹੀਂ ਚੱਲੇਗੀ। ਮੈਂ ਤੁਹਾਨੂੰ ਮਾਫੀ ਚਾਹੂੰਗਾ ਸੰਗਤ, ਤੁਸੀਂ ਦੱਸ ਦਈਏ ਐਜੂਕੇਸ਼ਨ ਕਮੇਟੀ ਜਿਹੜੀ ਪਿਛਲੇ ਕਈ ਸਾਲਾਂ ਦੇ ਬਾਅਦ ਹੁਣ ਹੋਣ ਦੇ ਚਾਹੀ ਹੈ, ਜਿਹਦੇ ਨਾ ਹੋਣ ਕਰਕੇ 5.5 ਤੋਂ 6 ਲੱਖ ਦਾ ਰੁਪਈਆ ਜਿਹੜਾ ਹੈ ਉਹ ਗੁਰੂ ਦੀ ਗੋਲਕ ਦੇ ਵਿੱਚੋਂ ਜਾ ਰਿਹਾ। ਕਰੋੜਾਂ ਦਾ ਜਿਹੜਾ ਨੁਕਸਾਨ ਹੈ ਉਹ ਹੋ ਚੁੱਕਿਆ ਹੈ। ਤੇ ਹੁਣ ਜਦੋਂ ਐਜੂਕੇਸ਼ਨ ਕਮੇਟੀ ਬਣੀ ਹੈ, ਇੱਕ ਬਹੁਤ ਵੱਡੀ ਉਮੀਦ ਬਣੀ ਸੀ ਕਿ ਹੁਣ ਜਿਹੜਾ ਉਹ 5.5 6 ਲੱਖ ਰੁਪਈਆ ਜਿਹੜਾ ਸਾਡੀ ਕੌਮ ਦਾ ਨੁਕਸਾਨ ਹੋ ਰਿਹਾ ਪਰ ਮੰਥ, ਜਿਵੇਂ ਕਿ ਟੀਚਰਾਂ ਦੀ ਭਰਤੀ ਰੁਕੀ ਹੋਈ ਹੈ, ਉਹਦਾ ਖਾਮਿਆਜਾ ਜਿਹੜਾ ਹੈ ਉਹ ਸਾਡੀ ਸੰਗਤ ਨੂੰ ਭੁਗਤਣਾ ਪੈ ਰਿਹਾ। ਆਸ ਬੱਝੀ ਸੀ ਕਿ ਹੁਣ ਜਿਵੇਂ ਐਜੂਕੇਸ਼ਨ ਕਮੇਟੀ ਬਣੀ ਹੈ ਤੇ ਉਹ ਜਿਹੜਾ 5.5 ਲੱਖ ਰੁਪਈਆ ਜਿਹੜਾ ਪਰ ਮੰਥ ਜਾ ਰਿਹਾ ਅਜਾਈ, ਉਹਦਾ ਬਚਾਅ ਹੋ ਸਕੇਗਾ, ਉਹ ਬਚ ਸਕੇਗਾ, ਹੋਰ ਕੰਮਾਂ ਵਿੱਚ ਆਏਗਾ। ਹੁਣ ਵਿਰਕ ਸਾਹਿਬ ਜੀ, ਰੁਕਾਵਟ ਕਿੱਥੇ ਆਖਰ, ਕੀ ਦਿੱਕਤ ਹੈ? ਰੁਕਾਵਟ ਇਹ ਬਣੀ ਹੈ ਜੀ, ਜਿਹੜਾ 5.5 ਲੱਖ ਰੁਪਈਆ ਸਾਡੀ ਸੰਗਤ ਦਾ ਬਗੈਰ ਮਤਲਬ ਜਾ ਰਿਹਾ, ਜਿਹੜਾ ਕਿ ਸਰਕਾਰ ਨੇ ਸਾਡੇ ਟੀਚਰਾਂ ਦੀਆਂ ਤਨਖਾਹਾਂ ਦੇਣੀਆਂ ਸਨ, ਉਹ ਸਾਡੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਫੰਡ ਵਿੱਚੋਂ ਜਿਹੜਾ ਹੈ ਉਹ 5.5 ਲੱਖ ਰੁਪਈਆ ਹਰ ਮਹੀਨੇ ਨਿਕਲ ਰਿਹਾ ਹੈ। ਹੁਣ ਜਿਹੜੀ ਕਮੇਟੀ ਇੰਨੇ ਸਾਲਾਂ ਬਾਅਦ ਹੋਂਦ ਵਿੱਚ ਆਈ ਸੀ, ਉਹ ਇਹ ਕਮੇਟੀ ਬਣ ਗਈ ਤੇ ਕਮੇਟੀ ਤੋਂ ਬਾਅਦ ਕੁਝ ਡਾਇਰੈਕਟਰ ਜਿਹੜੇ ਨੇ ਉਹ ਇਹਦੇ ਖਿਲਾਫ ਰਜਿਸਟਰ। ਕੌਣ, ਕਿਹੜੇ ਡਾਇਰੈਕਟਰ ਨੇ? ਖੁੱਲ ਕੇ ਨਾਮ। ਡਾਇਰੈਕਟਰਾਂ ਦਾ ਨਾਮ ਅੱਜ ਮੈਨੂੰ ਯਾਦ ਨਹੀਂਗਾ, ਨਾ ਮੇਰੇ ਨਾਲ ਕੋਈ ਗੱਲ ਹੋਈ ਹੈ। ਸਾਹਿਬ ਜੀ, ਇਦਾਂ ਨਹੀਂ ਹੈ ਕਿ ਤੁਹਾਨੂੰ ਨਾਮ ਯਾਦ ਨਾ ਹੋਣ, ਤੁਸੀਂ ਖੁੱਲ ਕੇ ਦੱਸੋ ਕਿਹੜੇ ਡਾਇਰੈਕਟਰ ਸਾਹਿਬਾਨ, ਸੰਗਤ ਨੂੰ ਜਾਣਨ ਦਾ ਹੱਕ ਹੈ। ਆਖਰ ਰੋੜਾ ਕੌਣ ਹੈ ਉਸ ਐਜੂਕੇਸ਼ਨ ਕਮੇਟੀ ਦਾ? ਵੇਖੋ ਜੀ, ਰੋੜੇ ਦੀ ਅਗਰ ਤੁਸੀਂ ਗੱਲ ਕਰੋ, ਜਿੱਦਣ ਅਸੀਂ ਉਸ ਦਿਨ ਇੱਥੇ ਸੀ, ਜਿੱਦਣ ਡਾਇਰੈਕਟਰਾਂ ਦੇ ਵਿੱਚੋਂ ਇਹਨਾਂ ਦਾ ਪ੍ਰਧਾਨ ਚੁਣਿਆ ਜਾਣਾ ਸੀ ਤੇ ਸਾਰੇ ਬੰਦੇ ਇੱਥੇ ਪਹੁੰਚੇ ਹਨ, ਉਦਣ 10 ਵੀ ਇਹਨਾਂ ਦੇ ਵਿੱਚ ਬੈਠਾ ਸੀ। ਇੱਕ ਪਾਸੇ 14 ਜਣੇ ਸਨ ਤੇ ਇੱਕ ਪਾਸੇ 13 ਜਣੇ ਸਨ। ਜਿਹੜੇ 14 ਜਣੇ ਸਨ ਉਹ ਵੀ ਚਾਹੁੰਦੇ ਸਨ ਵੀ ਜਿਹੜੇ ਅੱਜ ਦੇ ਸਾਡੇ ਪ੍ਰਧਾਨ ਸਾਹਿਬ ਨੇ, ਚੁੱਗ ਸਾਹਿਬ, ਇਹ 14 ਨੇ ਵੀ ਉਹਨਾਂ ਨੂੰ ਪ੍ਰਧਾਨ ਚੁਣਿਆ ਸੀ। ਤੇ ਦੂਜੇ ਪਾਸੇ ਜਿਹੜੇ 13 ਬੱਚੇ ਸਨ ਉਹ ਵੀ ਇਹ ਚਾਹੁੰਦੇ ਸਨ ਵੀ ਚੁੱਗ ਸਾਹਿਬ ਸਾਡੇ ਕੋਲ ਆ ਜਾਣ ਤਾਂ ਅਸੀਂ ਇਹਨਾਂ ਨੂੰ ਪ੍ਰਧਾਨ ਬਣਾ ਦਈਏ। ਚੁੱਗ ਸਾਹਿਬ ਦੀ ਸਿਆਣਪ ਨੂੰ ਮੈਂ ਨਤਮਸਤਕ ਹਾਂ। ਉਹਨਾਂ ਇਹ ਗੱਲ ਕਹੀ ਸੀ ਵੀ ਇਹ ਜੇ 13 ਉੱਧਰ ਤੇ 14 ਇੱਧਰ ਬੈਠੇ ਨੇ, ਮੈਂ ਚਾਹੁੰਦਾ 27 ਦੇ 27 ਇੱਕ ਥਾਂ ਹੋ ਕੇ ਕੰਮ ਕਰਨ, ਤੇ ਤਾਂ ਅਸੀਂ 5 ਸਾਲ ਸਹੀ ਸਲਾਮਤ ਕੰਮ ਕਰ ਸਕਾਂਗੇ। ਕੁਛ ਲੇਟ ਤੇ ਉਹਦੇ ਵਿੱਚ ਹੋਇਆ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਉਹਨਾਂ 13 ਦੇ ਵਿੱਚ ਜਾ ਕੇ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਜ ਮੌਕਾ ਇਹੋ ਜਿਹਾ ਆ ਗਿਆ ਵੀ ਪ੍ਰਧਾਨ ਸਾਹਿਬ ਅੱਜ ਉਹਨਾਂ ਤੋਂ ਹੀ ਇੰਨੇ ਪਰੇਸ਼ਾਨ ਨੇ, ਜਿਹੜੇ ਜੀਆਂ ਨੇ ਕਹਿੰਦੇ ਨੇ ਵੀ ਅਸੀਂ ਪ੍ਰਧਾਨ ਸਾਹਿਬ ਤੁਹਾਨੂੰ ਚੁਣਿਆ ਹੈ,
ਤੁਸੀਂ ਸਾਡੇ ਬੰਦੇ ਜਿਹੜੇ ਨੇ ਉਹ ਇਹਨਾਂ ਕਮੇਟੀਆਂ ਦੇ ਵਿੱਚ ਜ਼ਿਆਦਾ ਰੱਖੋ। ਅਗਰ ਪ੍ਰਧਾਨ ਸਾਹਿਬ ਪਰੇਸ਼ਾਨ ਨੇ, ਉਹ ਖੋਲ ਕੇ ਸਟੇਟਮੈਂਟ ਕਿਉਂ ਨਹੀਂ ਦਿੰਦੇ? ਮੀਡੀਆ ਉਹਨਾਂ ਦੇ ਕੋਲ ਹੈ, ਡਾਇਰੈਕਟਰ ਉਹਨਾਂ ਦੇ, ਕਿਉਂ ਨਹੀਂ ਉਹ ਜਗ ਜ਼ਾਹਰ ਕਰਦੇ? ਕਿਉਂ ਨਹੀਂ ਸੰਗਤ ਦੇ ਕੋਲ ਆਪਣੀ ਗੱਲ ਰੱਖਦੇ? ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨ ਸਾਹਿਬ ਪਰੇਸ਼ਾਨ ਨੇ, ਤੁਸੀਂ ਦੱਸ ਰਹੇ ਹੋ, ਕੀ ਗੱਲ ਪ੍ਰਧਾਨ ਸਾਹਿਬ ਨਹੀਂ ਦੱਸ ਸਕਦੇ? ਮੈਂ ਤਾਂ ਚਾਹੁੰਦਾ ਜੀ ਪ੍ਰਧਾਨ ਸਾਹਿਬ ਨੂੰ ਦੱਸਣਾ ਚਾਹੀਦਾ। ਮੈਨੂੰ ਤੇ ਅੱਜ ਇੱਕ ਚੀਜ਼ ਦਾ ਬਿਲਕੁਲ ਗਿਆਨ ਹੋਇਆ ਹੈ ਵੀ ਜਿਹੜੀ ਅਸੀਂ ਪੁਰਾਣਿਆਂ ਬਜ਼ੁਰਗਾਂ ਤੋਂ ਸੁਣਨੇ ਹੁੰਦੇ ਸਾਂ ਨਾ ਵੀ ਕਈ ਵਾਰ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਨੇ। ਇਹ ਜਦੋਂ ਸ਼ੁਰੂ ਦੇ ਵਿੱਚ ਪ੍ਰਧਾਨ ਸਾਹਿਬ ਦੇ ਕੋਲ 14 ਡਾਇਰੈਕਟਰ ਸਨ, ਅਗਰ ਉਦੋਂ ਆਪਣੀ ਕਮੇਟੀ ਬਣਾ ਕੇ ਚੱਲ ਪੈਂਦੇ ਤੇ ਅੱਜ ਸ਼ਾਇਦ ਇਹ ਹਾਲਾਤ ਪੈਦਾ ਨਾ ਹੁੰਦੇ, ਦੂਜੇ ਪਾਸਿਓਂ ਕਮੇਟੀ ਦੇ ਵਿੱਚ ਆ ਕੇ ਆਪਣੇ ਆਪ ਜੀ ਮਿਲਨੇ ਸਨ। ਅੱਜ ਇਹਨਾਂ ਸੋਚਿਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ, ਉਹ 13 ਦੇ ਨਾਲ ਜਾ ਕੇ ਬਹਿ ਗਏ ਸਨ ਤੇ ਅੱਜ ਉਹੀ ਕਮੇਟੀ ਇਹਨਾਂ ਨੂੰ ਅੱਗੇ ਨਹੀਂ ਚੱਲਣ ਦਿੰਦੀ ਤੇ ਉਹਦੇ ਕਰਕੇ ਪਰੇਸ਼ਾਨ ਹੋ ਕੇ ਅੱਜ ਇਹ ਕਮੇਟੀ ਦੇ ਵਿੱਚ ਜਿਹੜੇ 3 ਬੰਦੇ ਕੋਈ ਇਹਦੇ ਚੋਂ ਜਾਂ 4 ਬੰਦੇ ਜਾ ਕੇ ਰਜਿਸਟਰ ਆਫਿਸ ਜਾ ਕੇ ਤੇ ਇਹ ਸਾਰੇ ਮਾਮਲੇ ਨੂੰ ਰੋਕਿਆ, ਜਿਹਦੇ ਕਰਕੇ 5.5 ਲੱਖ ਰੁਪਈਆ ਜਾਂ 5 ਲੱਖ ਰੁਪਈਆ ਆਪਣਾ ਹਰ ਮਹੀਨੇ ਇਹ ਸਰਕਾਰ ਦੇ ਖਾਤੇ ਚੋਂ ਜਾਣਾ ਚਾਹੀਦਾ ਸੀ ਤੇ ਉਹ ਸਾਡੀ ਕਮੇਟੀ ਦੇ ਖਾਤੇ ਚੋਂ ਜਾਣ ਡਿਆ ਹੈ। ਉਹ ਸਕੂਲ ਵੀ ਉਸ ਤਰੀਕੇ ਨਾਲ ਨਹੀਂ ਚੱਲਣ ਡਿਆ ਜਦੋਂ ਕਮੇਟੀ ਨਹੀਂ ਤੁਹਾਡੀ ਹੈਗੀ ਤੇ ਤੁਸੀਂ ਨਵੀਆਂ ਜਿਹੜੀਆਂ ਨੇ ਅਪਾਇੰਟਮੈਂਟ ਨਹੀਂ ਕਰ ਪਾ ਰਹੇ। ਕਈ ਪੁਰਾਣੇ ਟੀਚਰ ਜਿਹੜੇ ਨੇ ਤੁਹਾਨੂੰ ਜਿਹੜਾ ਗਲ ਪਿਆ ਢੋਲ ਵਜਾਉਣਾ ਪੈਣ ਡਿਆ ਹੈ। ਕਈ ਟੀਚਰ ਤੁਸੀਂ ਹੋਰ ਚੰਗੇ ਇਸੇ ਤਨਖਾਹ ਦੇ ਵਿੱਚ ਰੱਖ ਸਕਦੇ ਸੀ। ਇਹਦੇ ਵਿੱਚ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋਣ ਡਿਆ। ਇਹ ਕਮੇਟੀ ਅਗਰ ਨਹੀਂ ਚੱਲਣ ਡਈ ਤੇ ਇਹ ਕਮੇਟੀ ਨਾ ਕਹਿੰਦੇ ਹੋ ਐਜੂਕੇਸ਼ਨ ਜਿਹੜੀ ਕਮੇਟੀ ਬਣੀ ਹੈ ਉਹਦੇ ਖਿਲਾਫ ਕੁਝ ਡਾਇਰੈਕਟਰ ਗਏ ਨੇ ਕੋਰਟ 'ਚ, ਤੁਹਾਡਾ ਕਹਿਣ ਦਾ ਭਾਵ ਉਹਨਾਂ ਦਾ ਮਕਸਦ ਕੀ ਹੈ, ਉਹਨਾਂ ਦਾ ਕਹਿਣਾ ਕੀ, ਉਹਨਾਂ ਦਾ ਲੌਜਿਕ ਕੀ, ਆਖਿਰ ਕਿਹਨਾਂ ਚੀਜ਼ਾਂ ਨੂੰ ਲੈ ਕੇ ਕੋਰਟ 'ਚ? ਵੇਖੋ ਜੀ ਅੱਜ ਦੇ ਜਿਹੜੇ ਹਾਲਾਤ ਨੇ, ਜਿਹੜੀ ਅੱਜ ਮੇਰੀ ਕਈ ਡਾਇਰੈਕਟਰਾਂ ਨਾਲ ਬਹਿ ਕੇ ਗੱਲ ਹੋਈ, ਮੈਂ ਇਸੇ ਕਰਕੇ ਅੱਜ ਇੱਥੇ ਚੱਲ ਕੇ ਆਇਆ ਸਾਂ ਕਿਉਂ ਸਿੱਖ ਸੰਗਠਨ ਹੋਣ ਦੇ ਨਾਤੇ ਸਾਡੇ ਤੋਂ ਸਿੱਖ ਭਰਾ ਇਹ ਸਵਾਲ ਪੁੱਛਦੇ ਹਨ ਕਿ ਸਾਡੇ ਸੰਗਠਨ ਦਾ ਕੰਮ ਹੈ ਵੀ ਸਾਡੇ ਸਿੱਖਾਂ ਦੀਆਂ ਜਿਹੜੀਆਂ ਸਮਾਜਿਕ ਤੇ ਸਾਡੇ ਸਿੱਖਾਂ ਦੀਆਂ ਧਾਰਮਿਕ ਕਿਤੇ ਕੋਈ ਦਿੱਕਤਾਂ ਆਉਂਦੀਆਂ ਨੇ ਉਹਨੂੰ ਵੇਖਣਾ ਸਾਡਾ ਕੰਮ ਹੈ। ਤੇ ਜਿਹੜੇ ਡਾਇਰੈਕਟਰ ਬਣੇ ਨੇ ਉਹ ਇੱਥੇ 5-7 ਜ਼ਿਲ੍ਹਿਆਂ ਤੋਂ ਨੇੜੇ ਵਾਲਿਆਂ ਤੋਂ ਤੇ ਯੂਪੀ ਦੇ ਵਿੱਚ ਬੜੀ ਦੂਰ ਤੱਕ ਸੰਗਤ ਬੈਠੀ ਹੈ। ਹੁਣ ਬਾਹਰ ਵਾਲਿਆਂ ਕੋਲ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਪਹੁੰਚਦੀਆਂ ਨੇ, ਉਹ ਗੱਲਾਂ ਸਾਰੀਆਂ ਸੱਚ ਨਹੀਂ ਹੁੰਦੀਆਂ। ਜਦੋਂ ਉਹਨਾਂ ਮੈਨੂੰ ਪੁੱਛਿਆ ਤੇ ਮੈਂ ਚੱਲ ਕੇ ਇੱਥੋਂ ਤੱਕ ਆਇਆ ਸਾਂ। ਕਈ ਡਾਇਰੈਕਟਰ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ। ਪ੍ਰਧਾਨ ਸਾਹਿਬ ਅੱਜ ਬਾਈ ਚਾਂਸ ਰਾਜਸਥਾਨ ਚੰਡੀਗੜ੍ਹ ਜਾਣ ਡੇ, ਮੇਰੀ ਫੋਨ ਤੇ 2 ਮਿੰਟ ਉਹਨਾਂ ਨਾਲ ਗੱਲ ਹੋਈ ਹੈ। ਤੇ ਇਹਨਾਂ ਸਾਰਿਆਂ ਕੰਮਾਂ ਦੇ ਵਿੱਚ ਅੱਜ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਕਮੇਟੀਆਂ ਜਿਹੜੀਆਂ ਨੇ ਕਿਉਂ ਨਹੀਂ ਚੱਲਣ ਡੀਆਂ, ਇਹਦਾ ਮੇਨ ਕਾਰਨ ਇਹ ਵੇ ਵੀ ਆਪਣਾ ਜਿਹੜਾ ਬੜਾ ਪੁਰਾਣਾ ਬਾਈਲਾਜ਼ ਜਿਹੜਾ ਬਣਿਆ ਸੀ ਨਾਨਕਮਤਾ ਸਾਹਿਬ ਕਮੇਟੀ ਦਾ, ਜਿਹੜਾ ਆਪਾਂ ਰਜਿਸਟ੍ਰੇਸ਼ਨ ਕਰਾਈ ਸੀ, ਅੱਜ ਉਹ ਇੰਨਾ ਪੁਰਾਣਾ ਹੋ ਚੁੱਕਿਆ ਵੀ ਕਈ ਚੀਜ਼ਾਂ ਉਹ 'ਚ ਬਦਲਣ ਵਾਲੀਆਂ ਨੇ। ਪਿਛਲੀ ਕਮੇਟੀ ਵੀ ਜ਼ੋਰ ਲਾਉਂਦੀ ਰਹੀ ਹੈ ਵੀ ਨਵਾਂ ਆਪਾਂ ਸੰਵਿਧਾਨ ਬਣਾ ਕੇ ਤੇ ਇਹਦੀ ਰਜਿਸਟ੍ਰੇਸ਼ਨ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਹੈ। ਅਸੀਂ ਚਾਹੁੰਦੇ ਹਾਂ ਐਜੂਕੇਸ਼ਨ ਕਮੇਟੀ ਦੇ ਵਿੱਚ ਰੋੜਾ ਕੌਣ ਹੈ, ਉਹਨਾਂ ਦਾ ਮਕਸਦ ਕੀ ਹੈ? ਤੁਸੀਂ ਕਹਿੰਦੇ ਕੋਰਟ 'ਚ ਗਏ ਨੇ ਕੁਝ ਡਾਇਰੈਕਟਰ ਤੁਹਾਡੇ ਰਜਿਸਟਰਾਰ ਦੇ ਆਫਿਸ ਕਹੇ ਨੇ ਨਾ, ਕੀ ਕਾਰਨ ਨੂੰ ਲੈ ਕੇ ਗਏ, ਕਿਉਂ ਅੜੰਗਾ ਪਾ? ਕਾਰਨ ਵੇਖੋ ਜੀ, ਇਸ ਵੇਲੇ ਸਿੱਖਾਂ ਦਾ ਇੱਕੋ ਕਾਰਨ ਹੈ ਵੀ ਜੋ ਕੁਝ ਹੋਣਾ ਚਾਹੀਦਾ ਮੈਂ ਹੋਣਾ ਚਾਹੀਦਾ। ਜਦੋਂ ਚੌਧਰ ਦਾ ਲਾਲਚ, ਚੌਧਰ ਦੇ ਲਾਲਚ, ਖਾਲੀ ਚੌਧਰ ਦੇ, ਹੋਰ ਉੱਥੋਂ ਕੋਈ ਕਿਸੇ ਤਰ੍ਹਾਂ ਦਾ ਨਹੀਂਗਾ। ਇਹ ਚੌਧਰ ਦੇ ਲਾਲਚ ਨੇ। ਮੈਂ ਅਗਰ ਨਿੱਜੀ ਹਿੱਤ ਦੇ ਕਾਰਨ ਸੰਗਤ ਦਾ ਤੇ ਨੁਕਸਾਨ ਹੋ ਰਿਹਾ ਨਾ, ਫਿਰ ਵੀ ਕਿਹਦੇ ਨਾ ਕਿਹਦੇ ਫਿਰ ਡਾਇਰੈਕਟਰ ਹੀ ਜ਼ਿੰਮੇਦਾਰ ਨੇ ਨਾ। ਸਾਰੇ ਜਿਹੜੇ 27 ਜਿਨ੍ਹਾਂ ਨੂੰ ਲੱਖਾਂ ਲੋਕਾਂ ਚੁਣ ਕੇ ਭੇਜਿਆ ਗਿਆ, ਅਗਰ ਉਹਨਾਂ ਦੀ ਕਾਰਗੁਜ਼ਾਰੀ ਕਰਕੇ ਨੁਕਸਾਨ ਹੋ ਰਿਹਾ ਤਾਂ ਫਿਰ ਜ਼ਿੰਮੇਦਾਰ ਕੌਣ ਹੋਇਆ? ਚਾਵਲਾ ਸਾਹਿਬ, ਮੈਂ ਤੇ ਜਿੰਨਾ ਡਾਇਰੈਕਟਰਾਂ ਦਾ ਕਸੂਰਵਾਰ ਮੰਨਣਾ ਉਹਨਾਂ ਸੰਗਤ ਦਾ ਕਸੂਰਵਾਰ ਵੀ ਮੰਨਣਾ ਵਾ। ਸੰਗਤ ਨੂੰ ਤਾਂ ਪਤਾ ਹੀ ਨਹੀਂ ਹੈ ਇਹਨਾਂ ਚੀਜ਼ਾਂ ਦਾ, ਸੰਗਤ ਨੂੰ ਪਤਾ ਹੀ ਨਹੀਂ। ਸੰਗਤ ਨੂੰ ਤਾਂ ਡਾਇਰੈਕਟਰ ਦੱਸਣਗੇ ਜਾਂ ਤੁਹਾਡੇ ਵਰਗੇ ਦੱਸਣਗੇ ਜਿਨ੍ਹਾਂ ਦੇ ਜ਼ਿੰਮੇਦਾਰੀ, ਤਾਂ ਹੀ ਉਹ ਤਾਂ ਪਤਾ ਲੱਗੇਗਾ। ਨਹੀਂ, ਇਹ ਗੱਲ ਤੁਸੀਂ ਚਾਵਲਾ ਸਾਹਿਬ ਕਿਵੇਂ ਕਹਿ ਸਕਦੇ ਜੇ? ਕਿ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ 5 ਸਾਲਾਂ ਤੋਂ ਨੁਕਸਾਨ ਹੋ ਰਿਹਾ ਹੈ। ਅਗਰ ਸੰਗਤ ਨੂੰ ਜਾਣਕਾਰੀ ਹੁੰਦੀ ਤੇ ਕਰੋੜਾਂ ਦਾ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਵਿਰਾਮ ਲੱਗ ਜਾਣਾ ਸੀ। ਜਦੋਂ ਇਸ ਕਰਕੇ ਅਸੀਂ ਕਹਿ ਰਹੇ ਹਾਂ। ਮੈਂ ਤੁਹਾਨੂੰ ਇੱਕੋ ਗੱਲ ਕਹੀ ਵੀ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਸ਼ਾਇਦ ਤੁਹਾਡੇ ਥਰੂ ਵੀ ਮੈਂ ਪਵਾਈ ਸੀ ਇਸ ਇਲੈਕਸ਼ਨ ਤੋਂ ਪਹਿਲਾਂ, ਤੇ ਇੱਕ ਮੈਂ ਵੀ ਪਾਈ ਸੀ ਵੀ ਤੁਸੀਂ ਬਾਅਦ 'ਚ ਫਿਰ ਕਹਿਣਾ ਜੀ ਇਹ ਕਮੇਟੀ ਆਪਸ 'ਚ ਲੜਦੀ ਰਹੀ, ਕੋਈ ਕੰਮ ਸਹੀ ਨਹੀਂ ਕਰ ਸਕੀ। ਹੁਣ ਤੁਹਾਡੇ ਹੱਥ ਵਿੱਚ ਕਮੇਟੀ ਚੁਣਨੀ, ਚੱਜ ਦੇ ਬੰਦੇ ਚੁਣ ਕੇ ਭੇਜਿਆ ਜੇ ਇੱਥੋਂ ਤੱਕ, ਜਿਹੜਾ ਇੱਥੋਂ ਆ ਕੇ ਗੁਰੂ ਘਰ ਦੀ ਮੰਨਣ, ਗੁਰੂ ਦੀ ਮੰਨਣ ਤੇ ਗੁਰੂ ਦੀ ਸੇਵਾ ਕਰਨ ਵਾਸਤੇ ਇੱਥੋਂ ਤੱਕ ਆਉਣ। ਅੱਜ ਅਗਰ ਕੋਈ ਡਾਇਰੈਕਟਰ ਇਹ ਕੰਮ ਕਰਨ ਡਿਆ, ਜਿੰਨੀ ਉੱਥੋਂ ਦੀ ਸੰਗਤ ਦੇ ਤੇ ਡਾਇਰੈਕਟਰ ਜ਼ਿੰਮੇਵਾਰ ਨੇ ਉਨੀ ਸੰਗਤ ਵੀ ਜ਼ਿੰਮੇਵਾਰ ਹੈ। ਅਗਰ ਉਹਨਾਂ ਬੰਦੇ ਸਹੀ ਭੇਜੇ ਹੁੰਦੇ ਤੇ ਅੱਜ ਇਹ ਕੰਮ ਨਾ ਹੁੰਦਾ। ਅਸੀਂ ਸੰਗਤ ਦੇ ਚਰਨਾਂ ਬੇਨਤੀ ਕਰਨਾ ਚਾਹੁੰਦੇ ਹਾਂ, ਸੰਗਤ ਜੀ ਜਿਹੜਾ 5 ਸਾਲਾਂ ਦੇ ਵਿੱਚ ਕਰੋੜਾਂ ਦਾ ਸਾਡਾ ਨੁਕਸਾਨ ਹੋਇਆ, ਵਿਕ ਸਾਹਿਬ ਕਹਿੰਦੇ ਕਿ ਉਹਦੇ ਲਈ ਸੰਗਤ ਜ਼ਿੰਮੇਦਾਰ ਹੈ। ਸਾਨੂੰ ਹੀ ਨਹੀਂ ਸੀ ਪਤਾ ਤੇ ਆਮ ਸੰਗਤ ਨੂੰ ਕਿੱਦਾਂ ਪਤਾ ਹੋਏਗਾ? ਤੁਸੀਂ ਇਹਦੇ ਕਮੈਂਟ ਜ਼ਰੂਰ ਕਰਿਆ ਜੀ, ਇਹ ਆਖਿਰ ਇਹਦਾ ਜ਼ਿੰਮੇਦਾਰ ਕੌਣ ਹੈ? ਕਿਉਂ ਨਾ ਜਿਹੜੇ ਡਾਇਰੈਕਟਰਾਂ ਨੂੰ ਹੁਣ ਜ਼ਿੰਮੇਵਾਰੀ ਸੌਂਪੀ ਗਈ ਹੈ, ਲੱਖਾਂ ਲੋਕਾਂ ਦੇ ਵਿੱਚ ਚੁਣ ਕੇ ਇਸ ਆਸ ਦੇ ਨਾਲ ਭੇਜਿਆ ਗਿਆ ਕਿ ਪਿਛਲੀ ਕਮੇਟੀ ਜਿਹੜਾ ਸਾਡਾ ਨੁਕਸਾਨ ਕਰ ਗਈ ਹੈ ਉਹਨਾਂ ਦੇ ਕਰਕੇ ਇਹਨਾਂ ਜਿਹੜਾ ਨਵਿਆਂ ਮੈਂਬਰਾਂ ਨੂੰ ਭੇਜਿਆ ਇਹਨਾਂ ਦੇ ਕਰਕੇ ਉਹ ਨੁਕਸਾਨ ਰੁਕੇਗਾ। ਲੇਕਿਨ ਹਾਲਾਤ ਫਿਰ ਉਸੇ ਤਰ੍ਹਾਂ ਹੀ ਪੈਦਾ ਹੋ ਚੁੱਕੇ ਨੇ। ਗਲਤ ਮੈਂ ਨਹੀਂ ਕਹਿ ਰਿਹਾ, ਬਿਲਕੁਲ ਸਹੀ ਹੈ। ਲੇਕਿਨ ਸੰਗਤ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਂ, ਜਿਹੜੀ ਗੱਲ ਅੱਜ ਤੁਸੀਂ ਮੈਨੂੰ 2 ਵਾਰੀ ਪੁੱਛੀ ਵੀ ਤੁਸੀਂ ਡਾਇਰੈਕਟਰਾਂ ਦੇ ਨਾਂ ਲਓ, ਮੈਂ ਡਾਇਰੈਕਟਰਾਂ ਦੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਵਾਂ ਵੀ ਉਹਨਾਂ ਡਾਇਰੈਕਟਰਾਂ ਨੂੰ ਪਤਾ ਜਿਹੜੇ ਗਏ ਨੇ ਇਹਦੇ ਖਿਲਾਫ, ਅਗਰ ਉਹ 1 ਹਫ਼ਤੇ ਦੇ ਵਿੱਚ ਇਸ ਚੀਜ਼ ਨੂੰ ਮਹਿਸੂਸ ਨਾ ਕਰਕੇ ਪ੍ਰਧਾਨ ਸਾਹਿਬ ਨੂੰ ਜਾਂ ਜਨਰਲ ਸਕੱਤਰ ਸਾਹਿਬ ਨੂੰ ਨਹੀਂ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ, ਕਮੇਟੀਆਂ ਬਣਾ ਕੇ ਚਲਾਈਏ,
ਉੱਥੋਂ ਆਪਣਾ ਜਿਹੜਾ ਰਜਿਸਟਰ ਆਫਿਸ ਤੋਂ ਆਪਣਾ ਲਿਖਿਆ ਹੋਇਆ ਵਾਪਸ ਲੈ ਕੇ ਆਉਣ, ਇਹਨਾਂ ਕਮੇਟੀਆਂ ਨੂੰ ਚੱਲਣ ਦੇਣ। ਅਗਰ ਨਹੀਂ ਚੱਲਣ ਦਿੰਦੇ ਅਸੀਂ 1 ਹਫ਼ਤੇ ਬਾਅਦ ਦੁਬਾਰਾ ਜਿਹੜਾ ਨਾਨਕ ਮਤਾ ਸਾਹਿਬ ਮੀਟਿੰਗ ਕਰਾਂਗੇ ਇਹਨਾਂ ਨਾਲ, ਕਿਉਂ ਸਾਡਾ ਫਰਜ਼ ਬਣਦਾ ਵੀ ਸਾਡੇ ਅਗਰ ਗੁਰਦੁਆਰੇ ਨੇ ਸਾਰਿਆਂ ਦੇ ਸਾਂਝੇ ਨੇ, ਅਸੀਂ ਤੁਹਾਨੂੰ ਚੁਣ ਕੇ ਭੇਜਿਆ ਹੈ, ਅਸੀਂ ਤੁਹਾਨੂੰ ਪੁੱਛ ਸਕਦੇ ਹਾਂ ਵੀ ਸਾਡਾ ਨੁਕਸਾਨ ਕਿਉਂ ਹੁੰਦਿਆ ਹੈ। ਅਸੀਂ ਉਦਣ ਇਹਨਾਂ ਪ੍ਰਧਾਨ ਸਾਹਿਬ ਨੂੰ ਤੇ ਜਨਰਲ ਸਕੱਤਰ ਸਾਹਿਬ ਨੂੰ ਪੁੱਛਾਂਗੇ ਵੀ ਅੱਜ ਸਾਨੂੰ ਦੱਸੋ ਕਿਹੜੇ ਡਾਇਰੈਕਟਰ ਨੇ, ਤੇ ਫਿਰ ਅਸੀਂ ਇਹਨਾਂ ਦੇ ਡਾਇਰੈਕਟਰਾਂ ਦੀ ਸੰਗਤ ਨੂੰ ਅਪੀਲ ਕਰਾਂਗੇ ਵੀ ਇਹਨਾਂ ਨੂੰ ਨੱਥ ਪਾਉਣ ਦਾ ਕੰਮ ਜਿਹੜਾ ਹੁਣ ਤੁਹਾਡੇ ਕਰਨ ਦਾ। ਜਿਹੜੇ ਡਾਇਰੈਕਟਰ ਰਜਿਸਟਰਾਰ ਆਫਿਸ ਗਏ ਨੇ ਉਹਨਾਂ ਦੀ ਮੰਗ ਕੀ ਹੈ? ਆਖਿਰ ਕਿਉਂ ਤਾਲਮੇਲ ਇਹਨਾਂ ਦਾ ਨਹੀਂ ਹੋਇਆ? ਇਹਨਾਂ ਤੋਂ ਕੀ ਮੰਗ ਕਰਦੇ ਨੇ? ਮੰਗ ਉਹਨਾਂ ਦੀ ਇੱਕੋ ਹੀ ਜੀ, ਉਹ ਜਦੋਂ ਸ਼ੁਰੂ ਦੇ ਵਿੱਚ ਇਹਨਾਂ ਮੀਟਿੰਗ ਸੱਦੀ ਹੈ, ਜਿੱਦਣ ਇਹ ਕਮੇਟੀ ਬਣਨੀ ਸੀ ਉਦਣ ਜਨਰਲ ਸਕੱਤਰ ਸਾਹਿਬ ਨੇ ਮੀਟਿੰਗ ਸੱਦੀ ਹੈ। ਮੀਟਿੰਗ ਸੱਦਣ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਕਿਵੇਂ ਕਰਨਾ ਹੈ, ਇੱਕ ਇਹ ਟੀਮ ਸਮਝੋ, ਉਹਨੇ ਕਿਹਾ ਬੀ ਟੀਮ ਵਾਲਿਆਂ ਨੂੰ ਵੀ ਜੋ ਤੁਸੀਂ ਕਰਨਾ ਚਾਹੋ ਉਸ ਤਰ੍ਹਾਂ ਕਰ ਲਓ, ਜਾਂ ਤੇ ਛੋਟੀ ਕਮੇਟੀ ਜਿਹੜੀ ਹੈ ਗੁਰਦੁਆਰੇ ਦੀ ਸਕੂਲ ਵਾਲੀ ਛੋਟੀ ਕਮੇਟੀ ਸਾਨੂੰ ਦੇ ਦਿਓ 7 ਮੈਂਬਰਾਂ ਵਾਲੀ, 22 ਵਾਲੀ ਤੁਸੀਂ ਬਣਾ ਦਿਓ, ਉਹ ਤੁਸੀਂ ਬਣਾ ਲਓ, ਇੱਕ ਅਸੀਂ ਬਣਾ ਲੈਨੇ ਆ। ਇਹਨਾਂ ਦਾ ਜਦੋਂ ਸਾਰਾ ਕੁਝ ਕਰਨ ਦੇ ਬਾਅਦ ਆਪਸ ਦੇ ਵਿੱਚ ਕਿਤੇ ਵੀ ਜਿਹੜਾ ਹੈ ਉਹ ਪੈਚਅਪ ਨਹੀਂ ਹੋ ਪਾਇਆ, ਤੇ ਫਿਰ ਅਖੀਰ ਪ੍ਰਧਾਨ ਸਾਹਿਬ ਨੂੰ ਕਹਿਣਾ ਪਿਆ ਵੀ ਇਹ ਤੁਹਾਡਾ ਜਿਹੜਾ ਹੈ ਬਹੁਮਤ ਦੇ ਹਿਸਾਬ ਨਾਲ ਹੋਏਗਾ, ਤੁਸੀਂ ਨੋਮੀਨੇਸ਼ਨ ਕਰੋ ਆਪੋ ਆਪਣਾ, ਤੇ ਅਸੀਂ ਵੋਟਾਂ ਦੇ ਹਿਸਾਬ ਨਾਲ ਇਹਨੂੰ ਨਿਪਟਾਉਂਦੇ ਆ। ਫਿਰ ਇਹਨਾਂ ਨੇ ਨੋਮੀਨੇਸ਼ਨ ਕੀਤਾ। ਹੁਣ ਜਿਹੜੇ ਬੰਦੇ ਅੱਜ ਕੋਰਟ ਗਏ ਨੇ, ਨੋਮੀਨੇਸ਼ਨ ਉਹਨਾਂ ਨੇ ਵੀ ਕੀਤਾ ਸੀ, ਲੇਕਿਨ ਉਹਨਾਂ ਵੇਖਿਆ ਵੀ ਅੱਜ ਅਸੀਂ ਬਹੁਮਤ ਦੇ ਹਿਸਾਬ ਨਾਲ ਅਸੀਂ ਹਾਰ ਜਾਣਾ ਹੈ, ਤੇ ਫਿਰ ਇਹੋ ਜਨਰਲ ਸਕੱਤਰ ਸਾਹਿਬ ਜਿਨ੍ਹਾਂ ਮੀਟਿੰਗ ਸੱਦੀ ਸੀ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਇਹ ਮੀਟਿੰਗ ਨੂੰ ਆਪਾਂ ਜਿਹੜਾ ਪੋਸਟਪੋਨ ਕਰ ਦਈਏ। ਉਹਨਾਂ ਜੋ ਵੇਖਿਆ ਵੀ ਇਹ ਬੰਦੇ ਹਾਰਨ ਡਏ ਨੇ, ਜਿਨ੍ਹਾਂ ਮੈਂ ਨਾਲ ਲੈ ਕੇ ਆਇਆ ਸਾਂ, ਬਹੁਮਤ ਦੂਜੇ ਪਾਸੇ ਹੋ ਗਿਆ, ਉਹਨਾਂ ਨੇ ਜਿਹੜਾ ਕਹਿ ਕੇ ਵੀ ਆਪਾਂ ਇਹਨੂੰ ਜਿਹੜਾ ਹੈ ਵਾਈਂਡ ਅਪ ਕਰ ਦਈਏ, ਅੱਗੋਂ ਦੁਬਾਰਾ ਕਰ ਲਾਂਗੇ, ਨੌਕਆਊਟ ਕੀਤਾ, ਤੇ ਆਪ ਉੱਠ ਕੇ ਉੱਥੋਂ ਚਲੇ ਗਏ ਕਿ ਜਨਰਲ ਸਕੱਤਰ ਸਾਹਿਬ ਦਾ ਫਰਜ਼ ਬਣਦਾ। ਬਾਈਲਾਜ਼ ਕੀ ਕਹਿੰਦਾ? ਅਗਰ ਬਾਈਲਾਜ਼ ਅਗਰ ਬਹੁਮਤ ਦੇ ਆਧਾਰ ਤੇ ਉਦੋਂ ਫੈਸਲਾ ਹੋ ਗਿਆ ਸੀ ਤੇ ਇਹਨਾਂ ਨੂੰ ਰਾਈਟ ਸੀ ਕਿ ਕੋਰਟ ਜਾ ਸਕਦੇ ਸੀ ਇਹਦੇ ਖਿਲਾਫ। ਵੇਖੋ ਇਹਨਾਂ ਚੀਜ਼ਾਂ ਵਾਸਤੇ ਜਿਹੜਾ ਬਾਈਲਾ ਜੇ ਨਾ, ਇਹ ਨਵੀਆਂ ਕਈ ਚੀਜ਼ਾਂ 'ਚ ਅਮੈਂਡ ਹੋਣ ਵਾਲੀਆਂ ਨੇ, ਤੇ ਇਸੇ ਕਰਕੇ ਇਹ ਵੀ ਬੰਦਾ ਬਾਈਲਾ ਜਿਹੜਾ ਨਵਾਂ ਹੋ ਕੇ ਇਹਦੀ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਹੈ। ਵੀਰ ਸਾਹਿਬ ਜੀ, ਇੱਕ ਸਵਾਲ ਹੋਰ ਮੈਨੂੰ ਕੁਝ ਦਿਨਾਂ ਪਹਿਲਾਂ ਹੀ ਪਤਾ ਲੱਗਿਆ ਹੈ, ਸੰਗਤ ਜੀ ਤੁਹਾਨੂੰ ਵੀ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਸਾਹਿਬ ਦਾ ਜਿਹੜਾ ਪੁਰਾਣਾ ਬਾਈਲਾਅ ਜਾਂ ਨਵੀਨੀਕਰਨ ਜਿਹੜਾ ਪੁਰਾਣੀ ਕਮੇਟੀ ਨੇ ਕਰਾਉਣਾ ਸੀਗਾ 2020 ਦੇ ਵਿੱਚ, ਉਹਦਾ ਨਵੀਨੀਕਰਨ ਨਹੀਂ ਹੋਇਆ। ਯਾਨੀ ਕਿ ਜੇ ਕਹੀਏ ਜਿਹੜੀ ਕਮੇਟੀ ਆਪਾਂ ਲੱਖਾਂ ਸੰਗਤਾਂ ਦੇ ਵਿੱਚ ਚੁਣ ਕੇ ਭੇਜੀ ਹੈ, ਅਗਰ ਦੇਖਿਆ ਜਾਏ ਲੀਗਲੀ ਤੌਰ ਤੇ ਉਹ ਕਮੇਟੀ ਦੀ ਕੋਈ ਹੋਂਦ ਨਹੀਂ ਹੈ। ਜੇ ਮੈਂ ਗਲਤ ਕਹਿ ਰਿਹਾ ਇਹਦੇ ਵਿੱਚ 2020 ਦੇ ਵਿੱਚ ਜਿਹੜਾ ਨਵੀਨੀਕਰਨ ਹੋ ਜਾਣਾ ਚਾਹੀਦਾ ਸੀ ਉਹ ਅਜੇ ਤੱਕ ਨਹੀਂ ਹੋ ਪਾਇਆ, ਤੇ ਨਵੀਨੀਕਰਨ ਕਰਨ ਦੇ ਲਈ ਜਦੋਂ ਡਾਇਰੈਕਟਰਾਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਕੁਝ ਡਾਇਰੈਕਟਰ ਨੇ ਉਹ ਰੋੜਾ ਪਾ ਰਹੇ ਨੇ। ਆਖਿਰ ਕਿਉਂ ਰੋੜਾ ਪਾ ਰਹੇ ਨੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਵੀਰ ਸਾਹਿਬ ਜੀ, ਸੰਗਤ ਨੂੰ ਜਾਣਨ ਦਾ ਹੱਕ ਹੈ 2020 ਦੇ ਵਿੱਚ ਜਿਹੜਾ ਨਵੀਨੀਕਰਨ ਹੋਣਾ ਚਾਹੀਦਾ ਸੀ, ਪੁਰਾਣੀ ਕਮੇਟੀ ਦੀ ਜ਼ਿੰਮੇਵਾਰੀ ਸੀ, ਨਹੀਂ ਕਰ ਪਾਏ। ਨਵੀਂ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੰਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਯੂਪੀ ਅਤੇ ਉੱਤਰਾਖੰਡ ਦੀ ਜਿੱਥੋਂ ਰਹਿਨੁਮਾਈ ਕੀਤੀ ਜਾਂਦੀ ਹੈ ਸਾਡੀ ਸਿੱਖ ਸੰਗਤਾਂ ਦੀ, ਉੱਥੇ ਦਾ ਅਜੇ ਤੱਕ ਨਵੀਨੀਕਰਨ ਨਹੀਂ ਹੋ ਪਾਇਆ। ਇਹਦਾ ਜ਼ਿੰਮੇਦਾਰ ਕੌਣ ਹੈ ਤੇ ਕਿਉਂ ਨਹੀਂ ਹੋ ਪਾਇਆ? ਵੇਖੋ ਜੀ, ਪਹਿਲਾਂ ਤੇ 2020 ਦੇ ਵਿੱਚ ਹੋਣਾ ਸੀ, ਉਦੋਂ ਕਮੇਟੀ ਪੁਰਾਣੀ ਸੀ ਜੀ। ਸਭ ਤੋਂ ਪਹਿਲਾਂ ਤੇ ਇਹ ਬਲੇਮ ਉਹਨਾਂ ਤੇ ਲੱਗਦਾ ਵੀ ਉਹਨਾਂ 2020 ਅਸੀਂ ਕਿਹਾ ਉਹਨਾਂ ਦੀ ਜ਼ਿੰਮੇਵਾਰੀ ਸੀ, ਉਹ ਨਹੀਂ ਕੀਤੀ, ਉਹਨਾਂ ਦੀ ਗਲਤੀ ਹੈ। ਲੇਕਿਨ ਹੁਣ ਜੇ ਉਹ ਹਟੀ ਹੈ, ਲੱਖਾਂ ਲੋਕਾਂ ਦੇ ਵਿੱਚੋਂ ਲੱਖਾਂ ਸੰਗਤਾਂ ਇਹਨਾਂ ਨੂੰ ਚੁਣ ਕੇ ਭੇਜਿਆ, ਤੇ ਹੁਣ ਤਾਂ ਜ਼ਿੰਮੇਵਾਰੀ ਇਹਨਾਂ ਦੀ ਹੈ ਨਾ, ਹੁਣ ਤਾਂ ਜਵਾਬਦੇਹੀ ਇਹਨਾਂ ਦੀ ਹੈ। ਬਿਲਕੁਲ ਜੀ, ਜਦੋਂ ਇਹਨਾਂ ਨੂੰ ਪਤਾ ਸੀ ਉਹ ਨਵੀਨੀਕਰਨ ਨਹੀਂ ਕਰਾ ਪਾਏ ਤੇ ਅਸੀਂ ਨਵੀਂ ਕਮੇਟੀ ਚੁਣ ਕੇ ਆਉਣ ਡਿਆ, ਕੋਈ ਜ਼ਿੰਮੇਵਾਰੀ ਸਾਡੀ ਬਣਦੀ ਹੈ। ਅਗਰ ਇਹਦੇ ਵਿੱਚ ਕੋਈ ਡਾਇਰੈਕਟਰ ਰੋੜਾ ਹੈ, ਉਹਨੂੰ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰਕੇ ਉਹਦੇ ਖਿਲਾਫ ਬੋਲਦੇ ਬਈ ਇਹ ਜਿਹੜੇ ਡਾਇਰੈਕਟਰ ਨੇ ਇਹਦੇ ਵਿੱਚ ਰੋੜਾ ਇਹਨਾਂ ਕਰਕੇ ਨਹੀਂ ਹੋ ਰਿਹਾ। ਡਾਇਰੈਕਟਰ ਜੇ ਚੁੱਪ ਨੇ, ਕਿਤੇ ਨਾ ਕਿਤੇ ਸਾਰੇ ਜ਼ਿੰਮੇਦਾਰ ਕਿਉਂ ਨਾ ਕਹੇ ਜਾਣ? ਸਾਰੇ ਜ਼ਿੰਮੇਦਾਰੀ ਨਹੀਂ ਬਣਦੀ। ਅਗਰ ਮੰਨ ਲਓ 2-4 ਜ਼ਿੰਮੇਦਾਰ ਨੇ, ਆਮ ਸੰਗਤ ਨੂੰ ਨਹੀਂ ਪਤਾ, ਸਾਡੇ ਲਈ ਤਾਂ ਸਾਰੇ ਜ਼ਿੰਮੇਦਾਰ ਹੋਏ ਨਾ ਜੇ ਖੁੱਲ ਕੇ ਨਹੀਂ ਬੋਲ ਰਹੇ ਹੋ। ਜਦੋਂ ਸੰਗਤ ਨੂੰ ਨਹੀਂ ਪਤਾ ਉਹਨਾਂ ਲਈ ਸਾਰੇ ਜ਼ਿੰਮੇਦਾਰ ਨੇ। ਮੈਂ ਤਾਂ ਹੀ ਇਹ ਗੱਲ ਤੁਹਾਨੂੰ ਕਹਿਣ ਡਿਆ ਵਾਂ ਵੀ 2 ਕੰਮਾਂ ਵਾਸਤੇ, ਸਭ ਤੋਂ ਪਹਿਲਾਂ ਨਵੀਨੀਕਰਨ, ਉਸ ਤੋਂ ਬਾਅਦ ਜਿਹੜੀਆਂ ਸਬ ਕਮੇਟੀਆਂ ਨੇ, ਇਹਨਾਂ ਦੋਵਾਂ ਵਾਸਤੇ ਸਿਰਫ 4-5 ਬੰਦੇ ਜਿਹੜੇ ਇਹਦੇ ਵਿੱਚ ਜ਼ਿੰਮੇਵਾਰ ਨੇ। ਇਹਦੇ ਵਿੱਚ ਪ੍ਰਧਾਨ ਸਾਹਿਬ ਤੇ ਜਨਰਲ ਸਕੱਤਰ। ਪ੍ਰਧਾਨ ਸਾਹਿਬ ਦੀ ਕਿਉਂ ਨਹੀਂ ਸਟੇਟਮੈਂਟ ਕੋਈ ਆਈ? ਨਾ ਪ੍ਰਧਾਨ ਜੀ ਨੇ ਸਟੇਟਮੈਂਟ ਦਿੱਤੀ ਵੀ ਨਵੀਨੀਕਰਨ ਨਹੀਂ ਹੋਇਆ। ਬਈ ਪ੍ਰੈਸ ਸੰਗਤ ਨੂੰ ਤਾਂ ਆਮ ਸੰਗਤ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਨਾ। ਅਗਰ ਨਵੀਨੀਕਰਨ ਨਹੀਂ ਹੋ ਪਾ ਰਿਹਾ ਕਮੇਟੀ ਦੇ ਵਿੱਚ, ਐਜੂਕੇਸ਼ਨ ਕਮੇਟੀ ਜਿਹੜਾ ਰੋੜਾ ਪਾ ਰਹੇ ਉਹਦੇ ਖਿਲਾਫ ਪ੍ਰਧਾਨ ਸਾਹਿਬ ਨੂੰ ਤਾਂ ਸਟੇਟਮੈਂਟ ਦੇਣੀ ਚਾਹੀਦੀ। ਬਿਲਕੁਲ ਦੇਣਾ ਚਾਹੀਦਾ। ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ। ਬਿਲਕੁਲ ਬਣਦੀ। ਅੱਜ ਇਸੇ ਕਰਕੇ ਆਏ ਸਾਂ, ਲੇਕਿਨ ਪ੍ਰਧਾਨ ਸਾਹਿਬ ਕਿਸੇ ਜ਼ਰੂਰੀ ਕੰਮ ਲਈ ਅੱਜ ਮੇਰੇ ਆਉਣ ਤੋਂ ਪਹਿਲਾਂ ਨਿਕਲ ਗਏ ਨੇ। ਉਹਨਾਂ ਆਂਦੇ ਸੀ ਮੈਂ ਹਫ਼ਤੇ 10 ਤੱਕ ਵਾਪਸ ਆ ਜਾਣਾ, ਉਦੋਂ ਮੈਂ ਵੀ ਇੱਥੇ ਦੁਬਾਰਾ ਫਿਰ ਵਾਪਸ ਆਵਾਂਗਾ। ਤੇ ਲੇਕਿਨ ਅਗਰ ਆ ਵੀਡੀਓ ਸਾਡੀ ਹੈ ਤੁਹਾਡੀ ਭੇਜੀ ਹੋਈ, ਅਗਰ ਉਹ ਵਹਿੰਦੇ ਨੇ ਤੇ ਇਹਨਾਂ 10 ਦਿਨਾਂ ਸਾਰੇ ਦੇ ਸਾਰੇ ਡਾਇਰੈਕਟਰ ਸਾਹਿਬਾਨ ਇਹਨਾਂ ਨੂੰ ਉਹਨਾਂ ਨੇ ਸਾਡੇ ਨੂੰ ਫਾਲੋ ਕੀਤਾ ਹੋਇਆ, ਸਾਡੇ ਚੈਨਲ ਨੂੰ, ਸਾਰਿਆਂ ਕੋਲ ਇੱਕ ਅਪਡੇਟ ਜਾਂਦੀ ਹੈ। ਇਹ ਜਿਹੜੀ ਆਪਾਂ ਚਰਚਾ ਕਰ ਰਹੇ ਸਾਰੇ ਦੇਖ ਰਹੇ ਹੋਣੇ ਆ, ਤੁਸੀਂ ਆਪਣਾ ਮੈਸੇਜ ਦਿਓ ਸਕਦੇ ਹੋ। ਮੈਂ ਸਾਰੇ ਦੇ ਸਾਰੇ 27 ਦੇ 27 ਮੈਂਬਰਾਂ ਨੂੰ ਇਹ ਸਿੱਖ ਸੰਗਠਨ ਵੱਲੋਂ ਅੱਜ ਤੁਹਾਡੇ ਫਿਰ ਦੁਬਾਰਾ ਅਪੀਲ ਕਰਦਾ। ਅੱਜ ਤੇ ਤੁਹਾਨੂੰ ਅਪੀਲ ਕਰਦੇ ਆ
ਵੀ ਤੁਸੀਂ ਸਾਰੇ ਮਿਲ ਕੇ ਜਿਹੜਾ ਤੁਹਾਡਾ ਸਾਥ ਨਹੀਂ ਦਿੰਦਾ, ਜਿਹੜੇ ਰੋੜਾ ਅਟਕਾਉਂਦੇ ਨੇ, ਉਹਦੇ ਲਈ ਇੱਕ ਪ੍ਰੈਸ ਕਾਨਫਰੰਸ ਕਰੋ ਔਰ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਨਾਂ ਜਿਹੜੇ ਨੇ ਉਹ ਜੱਗ ਜ਼ਾਹਿਰ ਕਰੋ ਵੀ ਆਹ ਬੰਦੇ ਜਿਹੜੇ ਨੇ ਸਾਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੇ, ਨਾ ਤੇ ਨਵੀਨੀਕਰਨ ਹੁੰਦਾ ਨੇ ਔਰ ਨਾ ਸਾਡੀਆਂ ਕਮੇਟੀਆਂ ਚੱਲਣ ਦੇਣ ਡਏ ਨੇ। ਉਸ ਤੋਂ ਬਾਅਦ ਇਹ ਸੰਗਤ ਜਾਣੇਗੀ ਵੀ ਅਸਾਂ ਕੀ ਕਰਨਾ ਹੈ। ਅਸੀਂ ਇਹ ਵੀ ਨਹੀਂ ਕਰਨਾ ਵੀ ਤੁਸੀਂ ਜਿਹੜਾ ਹੱਥ ਖੜੇ ਕਰਕੇ ਵਾਪਸ ਆ ਜਾਓ, ਸਾਨੂੰ ਚੱਲਣ ਨਹੀਂ ਦਿੰਦੇ। ਇਹ ਗੱਲ ਅੱਜ ਮੇਰੀ ਪ੍ਰਧਾਨ ਸਾਹਿਬ ਨਾਲ ਵੀ ਹੋਈ ਸੀ ਵੀ ਅਸੀਂ ਤੁਹਾਨੂੰ ਪਿੱਛੇ ਨਹੀਂ ਹਟਣ ਦੇਣਾ। 5 ਸਾਲ ਤੁਸੀਂ ਇੱਥੇ ਕੱਢਣੇ ਨੇ ਔਰ ਇਹਨੂੰ 5 ਸਾਲ ਪੂਰੇ ਕਰਨੇ ਨੇ, ਲੇਕਿਨ ਤਰੀਕੇ ਨਾਲ ਕਰੋ। ਅਗਰ ਤੁਹਾਡੇ ਵਿੱਚੋਂ ਕੋਈ ਜੀ ਤੁਹਾਡੇ ਨਾਲ ਨਹੀਂ ਚੱਲਦਾ, ਇਹ ਸੰਗਤ ਨੂੰ ਦੱਸੋ। ਅਸੀਂ ਸੰਗਤ ਦਾ ਜਿਹੜੇ ਨਾਲ ਲੈ ਕੇ ਦੁਬਾਰਾ ਫਿਰ ਤੁਹਾਡਾ ਆ ਕੇ ਸਾਥ ਦਿੰਦੇ ਹਾਂ, ਕਿ ਸੰਗਤ ਤੋਂ ਉੱਤੇ ਤੇ ਕੋਈ ਵੀ ਨਹੀਂਗਾ। ਅਗਰ ਇਹ ਸੋਚਣ ਵੀ ਅਸੀਂ ਕੱਲ ਨੂੰ ਇੱਥੇ ਜਿਹੜਾ ਉਹ ਸਰਕਾਰੀ ਬੰਦਾ ਬਹਾ ਦਿਆਂਗੇ, ਕੋਈ ਵੀ ਇਹ ਗੱਲ ਸੋਚੇ ਵੀ ਸਰਕਾਰੀ ਨਹੀਂ, ਹਾਲਾਤ ਤੇ ਫਿਰ ਪੈਦਾ ਹੋ ਰਹੇ ਨੇ ਨਾ ਬਈ। ਅਗਰ ਇਸ ਤਰ੍ਹਾਂ ਦੇ ਹਾਲਾਤ ਕੋਸ਼ਿਸ਼ ਕਰਦੇ ਹਾਂ। ਵੇਖੋ ਪ੍ਰਧਾਨ ਜੀ, ਮੈਂ ਇਸ ਸ਼ਬਦ ਮੈਨੂੰ ਤਾਂ ਵਰਤਨੇ ਪੈ ਰਹੇ ਨੇ, ਨਵੀਨੀਕਰਨ ਅਗਰ ਨਹੀਂ ਹੋ ਰਿਹਾ, ਕਈ ਚੀਜ਼ਾਂ ਉੜੰਗਾ ਹੈ, ਤੇ ਹਾਲਾਤ ਤਾਂ ਫਿਰ ਇਸੇ ਤਰ੍ਹਾਂ ਪੈਦਾ ਹੋ ਰਹੇ ਨੇ ਨਾ। ਬਿਲਕੁਲ ਪੈਦਾ ਹੋ ਰਹੇ ਨੇ। ਇਹਦਾ ਫਿਰ ਜ਼ਿੰਮੇਦਾਰ ਕਿਹਨੂੰ ਕਿਹਾ ਜਾਏਗਾ? ਕਿਉਂ ਨਾ ਜਿਹੜੇ 27 ਦੇ 27 ਡਾਇਰੈਕਟਰ ਨੂੰ, ਜਿਨ੍ਹਾਂ ਨੂੰ ਲੱਖਾਂ ਲੋਕਾਂ ਵਿੱਚ ਵਿਸ਼ਵਾਸ ਜਤਾ ਕੇ ਭੇਜਿਆ ਗਿਆ, ਕਿਉਂ ਨਾ ਉਹਨਾਂ ਨੂੰ ਜ਼ਿੰਮੇਦਾਰ ਕਿਹਾ ਜਾਏ? ਸੰਗਤ ਨੂੰ ਜਵਾਬਦੇਹੀ ਇਹਨਾਂ ਦੀ ਹੈ ਨਹੀਂ ਹੈ। ਵੇਖੋ ਜੀ, 27 ਦੇ 27 ਡਾਇਰੈਕਟਰ ਜਾਂ ਤੇ ਜਿਹੜੀਆਂ ਕਾਲੀਆਂ ਭੇਡਾਂ ਨੇ ਕੱਢ ਕੇ ਪਾਸੇ ਖੜੇ ਕਰਨ ਵੀ ਆਹ ਸਾਡੇ ਜੋ ਕਾਲੀਆਂ ਭੇਡਾਂ ਸਾਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੀਆਂ। ਹਰ ਡਾਇਰੈਕਟਰ ਕਹਿੰਦਾ ਕਿ ਮੈਂ ਠੀਕ ਹਾਂ, ਉਹ ਗਲਤ ਹੈ, ਮੈਂ ਠੀਕ ਹਾਂ, ਉਹ ਗਲਤ ਹੈ। ਸੰਗਤ ਦੇ ਸਾਹਮਣੇ ਕਿਉਂ ਨਹੀਂ ਖੁੱਲ ਕੇ ਆਉਂਦੇ ਕਿ ਇਹ ਚੀਜ਼ ਹੈ, ਇਹਨਾਂ ਦੇ ਇਸ ਕਾਰਨ ਇਹ ਕੰਮ ਨਹੀਂ ਹੋ ਪਾ ਰਿਹਾ? ਬਿਲਕੁਲ ਕਰਨਾ ਜੇ ਪਏਗਾ। ਅਗਰ ਨਹੀਂ ਬੋਲਦੇ ਤਾਂ ਕਿਉਂ ਨਾ ਇਹਨਾਂ ਨੂੰ ਜ਼ਿੰਮੇਦਾਰ ਕਿਹਾ? ਨਹੀਂ ਤਾਂ ਫਿਰ ਤਾਂ ਸਾਰੇ ਜ਼ਿੰਮੇਦਾਰ ਨੇ ਅਗਰ ਨਹੀਂ ਬੋਲਦੇ। ਅੱਜ ਇਸੇ ਕਰਕੇ ਤੁਹਾਡੇ ਨਾਲ ਬਹਿ ਕੇ ਵਿਚਾਰ ਸਾਂਝਾ ਕਰਨ ਡਏ ਆ। ਇਹਨਾਂ 27 ਦੇ 27 ਡਾਇਰੈਕਟਰਾਂ ਨੂੰ ਸਮੇਤ ਪ੍ਰਧਾਨ ਸਾਹਿਬ ਦੇ, ਪ੍ਰਧਾਨ ਸਾਹਿਬ ਤੁਸੀਂ ਵਾਪਸ ਆ ਜਾਂਦੇ ਹੋ, ਇੱਕ ਮੀਟਿੰਗ ਇਕੱਠੀ ਕਰੋ। ਜਿਹੜੇ ਤੁਹਾਡੇ ਖਿਲਾਫ ਚੱਲਣ ਡਏ, ਜਿਹੜੇ ਤੁਹਾਨੂੰ ਨਹੀਂ ਚੱਲਣ ਦਿੰਦੇ, ਉਹਨਾਂ ਦੇ ਨਾਂ ਜੱਗ ਜ਼ਾਹਿਰ ਕਰੋ। ਉਹਨਾਂ ਦੇ ਬਾਰੇ ਤੁਸੀਂ ਵੀ ਤੇ ਆਪਾਂ ਸਾਰੇ ਜਣੇ ਮਿਲ ਕੇ ਜ਼ੋਰ ਲਾਈਏ ਸੰਗਤ ਦੇ ਵਿੱਚ ਜਾ ਕੇ। ਇਹਨਾਂ ਦੇ ਨਾਲ ਫਿਰ ਸੰਗਤ ਹੀ ਜਵਾਬ ਲਏਗੀ ਵੀ ਇਹ ਬੰਦੇ ਕਿਉਂ ਨਹੀਂ ਜਿਹੜਾ ਉਹ ਗੁਰੂ ਘਰ ਨੂੰ ਚੱਲਣ ਦਿੰਦੇ, ਕਿਉਂ ਸੰਗਤ ਦਾ ਪੈਸਾ ਖੁਰਦ-ਬੁਰਦ ਕਰੀ ਆਉਂਦੇ ਨੇ। ਇਹ ਰਹੁ ਰੀਤ ਜਿਹੜੀ ਇੱਥੇ ਚੱਲਣ ਦੀ ਹੈ, ਇਹਦੇ ਨਾਲ ਸਿੱਖ ਜਗਤ ਦਾ ਬਹੁਤ ਵੱਡਾ ਨੁਕਸਾਨ ਹੈ। ਕਿ ਉਹ ਸਾਡਾ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੀ ਜਿੰਨੀ ਵੀ ਸੰਗਤ ਹੈ, ਇਹ ਸਾਡਾ ਤੀਰਥ ਹੈ। ਇਸ ਤੀਰਥ ਨੂੰ ਅਸੀਂ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦਿਆਂਗੇ। ਅਗਲੀ ਰਣਨੀਤੀ ਕੀ ਹੈ? ਸੰਗਤ ਨੂੰ ਕੀ ਕਹਿਣਾ ਚਾਹੋਗੇ? ਅਸੀਂ ਸੰਗਤ ਦੇ ਚਰਨਾਂ 'ਚ ਵੀ ਬੇਨਤੀ ਹੈ ਜੀ, ਹਫ਼ਤੇ 10 ਦਿਨ ਬਾਅਦ ਪ੍ਰਧਾਨ ਸਾਹਿਬ ਵਾਪਸ ਆ ਜਾਂਦੇ ਨੇ। ਅੱਜ ਇਹਨਾਂ ਨੂੰ ਬੇਨਤੀ ਕੀਤੀ ਹੈ, ਅਗਰ ਇਹ ਆਪਣੇ ਆਪ ਆ ਕੇ ਪ੍ਰੈਸ ਕਰਕੇ ਦੱਸ ਦਿੰਦੇ ਨੇ ਵੀ ਆ ਫਲਾਣੇ ਜਿਹੜੇ ਮੈਂਬਰ ਨੇ ਜਾਂ ਫਲਾਣੇ ਡਾਇਰੈਕਟਰ ਜਿਹੜੇ ਨੇ ਸਾਨੂੰ ਨਹੀਂ ਚੱਲਣ ਦਿੰਦੇ, ਕਿਉਂ ਨਹੀਂ ਚੱਲਣ ਦਿੰਦੇ, ਉਹਦਾ ਕਾਰਨ ਨਾਲ ਦੱਸਣ। ਤੇ ਫਿਰ ਉਸ ਤੋਂ ਬਾਅਦ ਉਹਨਾਂ ਡਾਇਰੈਕਟਰਾਂ ਨੂੰ ਸੰਭਾਲਣਾ, ਜਿਹੜੇ ਇਲਾਕੇ ਦੇ ਉਹ ਡਾਇਰੈਕਟਰ ਬਣ ਕੇ ਆਏ ਨੇ, ਜਿਹੜੇ ਗੁਰਦੁਆਰਿਆਂ ਦੇ ਡੈਲੀਗੇਟਾਂ ਨੇ ਉਹਨਾਂ ਨੂੰ ਚੁਣਿਆ ਹੈ, ਉਹਨਾਂ ਦਾ ਹਿਸਾਬ ਕਿਤਾਬ ਤੁਸੀਂ ਪੁੱਛੋਗੇ। ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਜਾਂ ਉਹਨਾਂ ਨੂੰ ਤੁਸੀਂ ਦਬਾਅ ਪਾ ਕੇ ਸਿੱਧੇ ਰਸਤੇ ਲੈ ਕੇ ਆਉਣਾ ਹੈ। ਦੋ ਕੰਮ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਨਵੀਨੀਕਰਨ ਸਾਡੀ ਸੰਸਥਾ ਦੇ ਜਿਹੜਾ ਸਰਟੀਫਿਕੇਟ ਦਾ, ਔਰ ਦੂਸਰਾ ਜਿਹੜੇ ਸਾਡੀ ਇਸ ਸੰਸਥਾ ਦੇ ਵਿੱਚ ਜਿਹੜੀਆਂ ਸਬ ਕਮੇਟੀਆਂ ਬਣੀਆਂ ਨੇ ਉਹਨਾਂ ਨੂੰ ਲੈ ਕੇ ਚੱਲਣ ਦਾ। ਨਹੀਂ ਤੇ ਗੁਰੂ ਘਰ ਆਪਣੇ ਜਿਹੜੇ ਨੇ ਉਹ ਤਰੀਕੇ ਨਾਲ ਨਾ ਚੱਲਣ ਡਏ ਨੇ ਤੇ ਨਾ ਚੱਲ ਪਾਉਣਗੇ। ਅੱਗੋਂ ਪਿਛਲੇ 5 ਸਾਲ ਕੱਢ ਦਿੱਤੇ ਸਨ ਵੀ ਹੋ ਸਕਦਾ ਅਗਲੀ ਕਮੇਟੀ ਸਹੀ ਆ ਜਾਏ। ਅਗਰ ਐਰਕੀ ਨੱਥ ਨਾ ਪਾਈ ਤੇ ਅਗਲੀ ਕਮੇਟੀ ਵੀ ਜਿਹੜੀ ਇਸ ਤਰ੍ਹਾਂ ਦੀ ਆਏਗੀ। ਇਹ ਤੁਹਾਡੇ ਸਾਰਿਆਂ ਚਰਨਾਂ 'ਚ ਬੇਨਤੀ ਹੈ। ਸੋ ਬਹੁਤ ਬਹੁਤ ਧੰਨਵਾਦ। ਸੋ ਸੰਗਤ ਜੀ, ਨਵੀਂ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇੱਕ ਬਹੁਤ ਵੱਡੀ ਉਮੀਦ ਬੱਝੀ ਸੀ ਕਿ ਸਾਰੀ ਚੀਜ਼ਾਂ ਨੂੰ ਪਿਛਲੇ ਵਿਰਾਮ ਲੱਗ ਕੇ ਤੇ ਹੁਣ ਜਿਹੜਾ ਕੰਮ ਹੈ ਉਹ ਸੰਗਤ ਦੇ ਅਨੁਸਾਰ ਹੋਏਗਾ, ਪਾਰਦਰਸ਼ਤਾ ਦੇ ਨਾਲ ਹੋਏਗਾ। ਲੇਕਿਨ ਹੁਣੇ ਜੋ ਵਿਰਕ ਸਾਹਿਬ ਨੇ ਸਾਨੂੰ ਗੱਲਾਂ ਦਸੀਆਂ ਨੇ ਇੱਥੇ ਆ ਕੇ ਕਿ ਹਾਲਾਤ ਜਿਹੜੇ ਨੇ ਕਮੇਟੀ ਦੇ ਉਹ ਠੀਕ ਨਹੀਂ ਹੈਗੇ, ਕਿਤੇ ਨਾ ਕਿਤੇ ਆਮ ਸੰਗਤ ਫਿਰ ਆਪਣੇ ਆਪ ਨੂੰ ਠੱਗਿਆ ਜਾਂ ਮਹਿਸੂਸ ਕਰ ਰਹੀ ਹੈ। ਆਪਣੇ ਕਮੈਂਟ ਤੁਸੀਂ ਇਹਦੇ ਜ਼ਰੂਰ ਕਰ ਸਕਦੇ ਹੋ, ਆਪਣੀ ਰਾਏ ਦੇ ਜ਼ਰੂਰ ਦੇ ਸਕਦੇ ਹੋ। ਤੁਹਾਡੇ ਅਕੋਰਡਿੰਗ ਇਹਦਾ ਜ਼ਿੰਮੇਦਾਰ ਕੌਣ ਹੈ? ਤੇ ਅਸੀਂ ਬਹੁਤ ਜਲਦੀ ਕੋਸ਼ਿਸ਼ ਕਰਾਂਗੇ ਜਿਹੜੇ ਜਨਰਲ ਸਕੱਤਰ ਨੇ ਸਰਦਾਰ ਅਮਰਜੀਤ ਸਿੰਘ ਬੋਪਾ ਰਾਏ ਸਾਹਿਬ ਅਤੇ ਜਿਹੜੇ ਪ੍ਰਧਾਨ ਨੇ ਡਾਕਟਰ ਹਰਬੰਸ ਸਿੰਘ ਚੁੱਗ ਸਾਹਿਬ ਜੀ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੀ ਜ਼ਿੰਮੇਵਾਰੀ ਹੈ, ਉਹਨਾਂ ਦੀ ਜਵਾਬਦੇਹੀ ਹੈ, ਜਿਨ੍ਹਾਂ ਸੰਗਤਾਂ ਨੇ ਉਹਨਾਂ ਨੂੰ ਇੰਨੇ ਵੱਡੇ ਅਹੁਦੇ ਬਖਸ਼ੇ ਨੇ, ਤੇ ਉਹ ਆ ਕੇ ਇਹ ਸਾਰੀ ਚੀਜ਼ਾਂ ਦੱਸਣ ਕਿ ਆਖਰ ਦਿੱਕਤ ਕਿੱਥੇ ਹੈ, ਕਮੇਟੀ ਬਣ ਪਾ ਰਹੀ ਅਤੇ ਜਿਹੜਾ ਨਵੀਨੀਕਰਨ ਹੈ ਉਹਦੇ ਵਿੱਚ ਰੋੜਾ ਕੌਣ ਹੈ। ਇਹ ਉਹਨਾਂ ਦੀ ਜਵਾਬਦੇਹੀ ਬਣਦੀ ਹੈ ਤੇ ਉਹਨਾਂ ਦਾ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਆਮ ਸੰਗਤ ਨੂੰ ਇਹਦੇ ਬਾਰੇ ਦੱਸਣਾ। ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਤੁਹਾਡੇ ਤੋਂ ਵਿਦਾ ਮੰਗਦਾ। ਇਸੇ ਟੌਪਿਕ ਤੇ ਅਗਲੀ ਵਾਰ ਫੇਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।